ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ। ਹਰ ਰਸ ਪੀਵੈ ਸਹਿਜ ਰਹੈ, ਉਡੈ ਨ ਆਵੈ ਜਾਏ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ। ਹਰ ਰਸ ਪੀਵੈ ਸਹਿਜ ਰਹੈ, ਉਡੈ ਨ ਆਵੈ ਜਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਪਿਛਲੇ ਦਿਨੀ ਆਪਾਂ ਸਰਵਣ ਕਰ ਰਹੇ ਸੀ। ਆਓ ਇਹ ਸ਼ਬਦ ਦਾ ਤੀਸਰਾ ਪਦਾ ਜੋ ਆਪਾਂ ਅੱਜ ਸਰਵਣ ਕਰਾਂਗੇ, ਆਰੰਭ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਬਿਰਮ ਹਰਿ ਆਵਲਾ, ਸਾਚੈ ਸਹਿਜ ਸੁਭਾਏ। ਸਾਖਾ ਤੀਨ ਨਿਵਾਰੀਆਂ, ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇਖਵਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਸੰਸਾਰ ਇੱਕ ਬਿਰਛ ਹੈ, ਇੱਕ ਦਰਖਤ ਹੈ, ਤੇ ਅਸੀਂ ਇਸ ਦਰਖਤ ਉੱਪਰ ਇੱਕ ਪੰਛੀ ਦੀ ਨਿਆਈ ਆਏ ਹਾਂ। ਸਾਡੀ ਆਤਮਾ ਇੱਕ ਪੰਛੀ ਦੀ ਤਰ੍ਹਾਂ ਮਾਤ ਲੋਕ ਰੂਪੀ ਦਰਖਤ ਤੇ ਆਈ। ਪਾਤਸ਼ਾਹ ਕਹਿੰਦੇ ਐ, ਬਿਰਖਾ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਬਿਹਾਣੀਆਂ। ਸੰਗ ਨ ਕੋਈ ਭਈਆ ਬੇਬਾ, ਕੋਈ ਕਿਸੇ ਦੇ ਨਾਲ ਨਹੀਂ ਜਾਂਦਾ। ਕੱਲੇ ਕੱਲੇ ਆਏ ਆ, ਕੱਲੇ ਕੱਲੇ ਜਾਣਾ। ਤਾਂ ਪਿਛਲੇ ਦਿਨੀ ਆਪਾਂ 4 ਪਦੇ ਸਰਵਣ ਕੀਤੇ ਸੀ। ਤੀਸਰਾ ਪਦਾ ਸੀ ਕਿ ਜਿਹੜੇ ਗੁਰਮੁਖ ਹਨ ਉਹ ਪਰਮੇਸ਼ਰ ਦੇ ਨਾਲ ਜੁੜ ਕੇ, ਬ੍ਰਹਮ ਦੇ ਨਾਲ ਜੁੜ ਕੇ ਹਰਿਆਲੇ ਹੋ ਜਾਂਦੇ ਆ। ਜਿਵੇਂ ਕਿਸੇ ਦਰਖਤ ਨੂੰ ਪਾਣੀ ਮਿਲਦਾ ਰਵੇ ਤੇ ਜਿਹੜੀਆਂ ਟਾਹਣੀਆਂ ਪੱਤੇ ਦਰਖਤ ਨਾਲ ਜੁੜੇ ਹੋਏ ਨੂੰ ਹਰੇ ਭਰੇ ਹੋ ਜਾਂਦੇ ਆ। ਜਿਹੜੇ ਉਹਦੇ ਨਾਲੋਂ ਟੁੱਟ ਜਾਂਦੇ ਹਨ ਉਹ ਸੁੱਕ ਜਾਂਦੇ ਹਨ, ਖਤਮ ਹੋ ਜਾਂਦੇ ਆ। ਤੋ ਪਾਤਸ਼ਾਹ ਜੀ ਤੀਸਰੇ ਪਦੇ ਵਿੱਚ ਕਹਿ ਰਹੇ ਹਨ
ਕਿ ਜਿਹੜੇ ਗੁਰਮੁਖ ਹਨ, ਭਾਵ ਗੁਰਮਤਿ ਅਨੁਸਾਰ ਚੱਲਣ ਵਾਲੇ, ਗੁਰੂ ਨੂੰ ਮੁੱਖ ਰੱਖ ਕੇ ਚੱਲਦੇ ਹੈ, ਗੁਰੂ ਨੂੰ ਅੱਗੇ ਰੱਖ ਕੇ ਚੱਲਦੇ ਨੇ, ਉਹ ਪਾਰ ਬ੍ਰਹਮ ਨਾਲ ਮਿਲ ਜਾਂਦੇ ਆ, ਜੁੜ ਜਾਂਦੇ ਆ, ਤੇ ਉਹ ਹਰੇ ਭਰੇ ਹੋ ਜਾਂਦੇ ਆ, ਭਾਵ ਆਤਮਿਕ ਸੁੱਖ ਮਿਲ ਜਾਂਦਾ ਉਹਨਾਂ ਨੂੰ। ਜਿਵੇਂ ਆ ਬਸੰਤ ਰੁੱਤ ਵਿੱਚ ਰਾਗੀ ਜਥਾ ਸ਼ਬਦ ਗਾਉਂਦਾ ਹੈ, ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈਐ ਇਹ ਰੁੱਤ ਸੁਹਾਈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ, ਔਰ ਇਸ ਨੂੰ ਹਰਾ ਭਰਾ ਕਰਨ ਵਾਸਤੇ, ਭਾਵ ਆਤਮਿਕ ਸੁੱਖ ਲੈਣ ਵਾਸਤੇ ਲੋੜ ਹੈ ਇਸ ਨੂੰ ਆਪਣੇ ਮਾਲਕ ਨਾਲ ਜੁੜਨ ਦੀ। ਆਹ ਬਸੰਤ ਰੁੱਤ ਵਿੱਚ ਜਿਹੜੇ ਪੱਤੇ, ਜਿਹੜੀਆਂ ਟਾਹਣੀਆਂ ਦਰਖਤ ਨਾਲ ਜੁੜੀਆਂ ਹੁੰਦੀਆਂ, ਉਹ ਦੁਬਾਰਾ ਹਰੀਆਂ ਭਰੀਆਂ ਫਿਰ ਹੋ ਜਾਂਦੀਆਂ, ਤੇ ਜਿਹੜੇ ਟੁੱਟੇ ਹੁੰਦੇ ਨੇ ਉਹਨਾਂ ਦੀ ਗੱਲ ਅੱਗੇ ਪਾਤਸ਼ਾਹ ਲਿਖਦੇ ਨੇ ਫਿਰ ਜਾ ਕੇ। ਕਹਿੰਦੇ ਗੁਰਮੁਖ ਜਿਹੜਾ ਹੈ ਉਹ ਬ੍ਰਹਮ ਨਾਲ ਜੁੜ ਕੇ ਹਰਿਆਲਾ ਹੋ ਜਾਂਦਾ ਹੈ, ਸਹਿਜੇ ਹੀ ਉਸ ਨੂੰ ਆਤਮਿਕ ਸ਼ਾਂਤੀ ਮਿਲ ਜਾਂਦੀ ਹੈ। ਸਾਖਾਂ ਤੀਨ ਨਿਵਾਰੀਆਂ, ਜੋ ਮਨਮੁਖ ਹੈ ਉਹ ਰਜੋ ਤਮੋ ਸਤੋ ਗੁਣਾਂ ਦੇ ਵਿੱਚ ਕਦੇ ਦੁਖੀ, ਕਦੇ ਸੁਖੀ, ਕਦੇ ਦੁਖੀ, ਕਦੇ ਸੁਖੀ ਹੁੰਦਾ ਰਹਿੰਦਾ। ਪਰ ਗੁਰੂ ਨੇ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਦੇ ਇਹ ਤਿੰਨਾਂ ਗੁਣਾਂ ਤੋਂ ਉੱਚੇ ਚੱਕ ਕੇ ਏਕ ਸ਼ਬਦ ਲਿਵ ਲਾਏ, ਜਿਹੜੇ ਇੱਕ ਸ਼ਬਦ ਨਾਲ ਜੁੜ ਗਏ, ਇਹ ਤਿੰਨਾਂ ਗੁਣਾਂ ਚੋਂ ਨਿਕਲ ਗਏ। ਇਹਨਾਂ ਤਿੰਨਾਂ ਗੁਣਾਂ ਕਰਕੇ, ਰਜੋ ਤਮੋ ਸਤੋ ਕਰਕੇ ਹੀ ਮਨੁੱਖ ਦਾ, ਜੀਵ ਆਤਮਾ ਦਾ ਵਾਰ-ਵਾਰ ਜਨਮ ਹੁੰਦਾ, ਵਾਰ-ਵਾਰ ਗਰਭ ਦੀ ਅੱਗ ਵਿੱਚ, ਚਿਖਾ ਦੀ ਅੱਗ ਵਿੱਚ ਸੜਦਾ ਬਲਦਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਉਹ ਇਸ ਤੋਂ ਬਚ ਜਾਂਦੇ ਆ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਤੋ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਮਾਤ ਲੋਕ ਦੇ ਵਿੱਚ ਜੀਵ ਜਿਹੜਾ ਹੈ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਾ ਆ ਲਾਲਚ ਬਿਰਥਾ ਜਨਮ ਪ੍ਰਾਣੀ। ਨਾਮ ਜਪਣ ਲਈ ਆਇਆ, ਪਰ ਨਾਮ ਨੂੰ ਛੱਡ ਕੇ ਰਜੋ ਤਮੋ ਸਤੋ ਆਦਿ ਇਹਨਾਂ ਗੁਣਾਂ ਦੇ ਵਿੱਚ ਪ੍ਰਵਿਰਤ ਹੋ ਗਿਆ, ਤਾਂ ਇਹਦਾ ਜੀਵਨ ਬਿਰਥਾ ਜਾ ਰਿਹਾ, ਬਰਬਾਦ ਹੋ ਰਿਹਾ। ਪਾਤਸ਼ਾਹ ਜੀ ਕਹਿੰਦੇ ਗੁਰਮੁਖ ਜਿਹੜੇ ਹੁੰਦੇ ਹਨ, ਇੱਕ ਸ਼ਬਦ ਨਾਲ ਜੁੜ ਕੇ, ਇੱਕ ਪਰਮੇਸ਼ਰ ਨਾਲ ਲਿਵ ਲਾ ਕੇ ਆਪਣਾ ਜੀਵਨ ਸਫਲਾ ਕਰ ਲੈਂਦੇ ਹੈ। ਅੰਮ੍ਰਿਤ ਫਲ ਹਰ ਏਕ ਹੈ, ਔਰ ਇਸ ਸੰਸਾਰ ਰੂਪੀ ਦਰਖਤ ਨੂੰ ਇੱਕ ਫਲ ਲੱਗਿਆ ਹੈ, ਔਰ ਉਹ ਫਲ ਖਾਂਦਾ ਕੌਣ ਹੈ? ਆਪੇ ਦੇ ਖਵਾਏ, ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਦਾ ਉਹਨਾਂ ਨੂੰ ਅੰਮ੍ਰਿਤ ਫਲ ਪ੍ਰਾਪਤ ਹੋ ਜਾਂਦਾ। ਤੇ ਅੰਮ੍ਰਿਤ ਦਾ ਇੱਕ ਗੁਣ ਹੈ ਕਿ ਉਹ ਦੁੱਖਾਂ ਦਾ ਖਾਤਮਾ ਕਰਦਾ ਹੈ। ਇੱਥੋਂ ਤੱਕ ਕਿ ਪੁਰਾਣੇ ਸਮਿਆਂ ਦੇ ਵਿੱਚ ਸੁਣਿਆ ਸੀ ਕਿ ਜੇ ਕਿਸੇ ਨੂੰ ਅੰਮ੍ਰਿਤ ਮਿਲ ਜਾਵੇ, ਉਹਦਾ ਸਰੀਰ ਵੀ ਠੀਕ ਹੋ ਜਾਂਦਾ, ਉਹਦੇ ਸਰੀਰ ਦੇ ਜ਼ਖਮ ਵੀ ਠੀਕ ਹੋ ਜਾਂਦੇ ਆ, ਅੰਦਰਲੇ ਬਾਹਰਲੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਉਹ ਅੰਮ੍ਰਿਤ ਫਲ ਜਿਹੜਾ ਹੈ ਉਹ ਬਿਰਲੇ ਬਿਰਲੇ ਨਾਮ ਜਪਣ ਵਾਲਿਆਂ ਨੂੰ ਮਿਲਦਾ। ਕਿਨਕਾ ਏਕ ਜੇ ਜੀਵ ਬਸਾਵੈ, ਤਾਂ ਕਿ ਮਹਿਮਾ ਗਣੀ ਨ ਆਵੈ, ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਤੋ ਗੁਰਮੁਖ ਹਰੇ ਭਰੇ ਹੋ ਜਾਂਦੇ ਐ, ਉਹਨਾਂ ਨੇ ਅੰਦਰੋਂ ਤਿੰਨਾਂ ਗੁਣਾਂ ਦਾ ਖਾਤਮਾ ਹੋ ਕੇ ਚੌਥੇ ਗੁਣ ਵਿੱਚ ਚਲੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਖਾਂ ਤੀਨ ਨਿਵਾਰੀਆਂ, ਏਕ ਸ਼ਬਦ ਲਿਵ ਲਾਏ, ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਉਹਨਾਂ ਨੂੰ ਮਿਲ ਜਾਂਦਾ। ਪਰ ਹੁਣ ਗੱਲ ਕਰੀਏ ਮਨਮੁਖਾਂ ਦੀ। ਬਾਬਾ ਜੀ ਕਹਿੰਦੇ ਮਨਮੁਖ ਉਭੇ ਸੁੱਕ ਗਏ, ਨਾ ਫਲ ਤਿੰਨਾ ਛਾਓ।
ਜਿਹੜੇ ਮਨਮੁਖ ਹਨ, ਜੋ ਮਨ ਦੇ ਮਗਰ ਚੱਲਦੇ ਆ, ਨਾ ਉਹ ਉਸ ਪਰਮੇਸ਼ਰ ਦੀ ਛਾਂ ਮਾਣ ਸਕਦੇ ਆ, ਨਾ ਉਹਦਾ ਅੰਮ੍ਰਿਤ ਫਲ ਖਾ ਸਕਦੇ ਆ। ਜਿਹੜੇ ਮਨਮਤ ਮੁਤਾਬਕ ਜੀਵਨ ਬਤੀਤ ਕਰਦੇ ਹੈ, ਉਹਨਾਂ ਦਾ ਜੀਵਨ ਖਰਾਬ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ। ਉਹਨਾਂ ਨੂੰ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਮਨਮੁਖ ਉਭੇ ਸੁੱਕ ਗਏ, ਮਨਮੁਖਾਂ ਦੇ ਹਿਰਦੇ ਸੁੱਕ ਗਏ, ਖਾਲੀ ਹੋ ਰਹਿ ਗਏ। ਜਿਵੇਂ ਸੁੱਕੇ ਤਲਾਅ ਦੇ ਵਿੱਚੋਂ ਪਾਣੀ ਨਹੀਂ ਮਿਲਦਾ, ਇਸੇ ਤਰ੍ਹਾਂ ਹੀ ਸੁੱਕੇ ਹਿਰਦੇ ਜਿਹੜੇ ਹਨ, ਉੱਥੇ ਪਰਮੇਸ਼ਰ ਦਾ ਨਾਮ ਨਹੀਂ ਵਸਦਾ। ਜਿੱਥੇ ਵਿਰਾਗ ਦਾ ਮੀਂਹ ਨਹੀਂ ਪੈਂਦਾ, ਵਿਰਾਗ ਨਹੀਂ ਪੈਦਾ ਹੁੰਦਾ। ਤੇ ਜਿੱਥੇ ਪਾਣੀ ਨਾ ਮਿਲੇ ਤੇ ਉੱਥੇ ਦਰਖਤ ਵੀ ਨਹੀਂ ਉਗਰਦੇ, ਤੇ ਦਰਖਤ ਨਹੀਂ ਉਗਰਦੇ ਤੇ ਫਿਰ ਛਾਂ ਨਹੀਂ ਬਣਦੀ, ਫਲ ਨਹੀਂ ਲੱਗਦੇ। ਇਸ ਕਰਕੇ ਉਸ ਹਿਰਦੇ ਅੰਦਰ ਵੀ ਪਰਮੇਸ਼ਰ ਦਾ ਨਾਮ ਪ੍ਰਗਟ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਨਮੁਖ ਉਭੇ ਸੁੱਕ ਗਏ, ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀਏ। ਇਹੋ ਜਿਹੇ ਲੋਕਾਂ ਦੀ ਸੰਗਤ ਵੀ ਨਹੀਂ ਕਰਨੀ ਚਾਹੀਦੀ। ਅਸ਼ਰਦਕ ਲੋਕਾਂ ਦੀ, ਜਿਹੜੇ ਕਿ ਪਰਮੇਸ਼ਰ ਨਾਲੋਂ ਟੁੱਟੇ ਹੋਏ ਹਨ, ਜਿਹੜੇ ਪਰਮੇਸ਼ਰ ਨੂੰ ਮੰਨਦੇ ਨਹੀਂ, ਪਰਮੇਸ਼ਰ ਨਾਲ ਜੁੜਦੇ ਨਹੀਂ। ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਲੋਕਾਂ ਦੀ ਤਾਂ ਸੰਗਤ ਕਰਨੀ ਵੀ ਮਾੜੀ ਹੈ। ਮਨਮੁਖ ਉਭੇ ਸੁੱਕ ਗਏ, ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨ ਬੈਸੀਐ। ਉਹਨਾਂ ਦੀ ਸੰਗਤ ਵੀ ਨਾ ਕਰੋ, ਉਹਨਾਂ ਘਰ ਨਾ ਗਿਰਾਓ। ਉਹਨਾਂ ਦਾ ਕੋਈ ਘਰ ਨਹੀਂ ਹੈ, ਉਹਨਾਂ ਦਾ ਕੋਈ ਗ੍ਰਾਹ ਨਹੀਂ ਹੈ। ਭਾਵ ਉਹ ਖੁਦ ਵੀ ਦੁਖੀ ਤੇ ਸੰਗਤ ਕਰਨ ਵਾਲਿਆਂ ਨੂੰ ਵੀ ਦੁਖੀ ਕਰਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਨਾਲ ਜੁੜਦੇ ਹਨ ਉਹ ਸੁਖੀ ਵਸਦੇ ਹਨ, ਤੇ ਜਿਹੜੇ ਪਰਮੇਸ਼ਰ ਤੋਂ ਮਨੁੱਕਰ ਰਹਿੰਦੇ ਹਨ ਮਨਮੋ ਕਰਮ ਕਮਾਵਨੇ। ਜਿਹੜੇ ਮਨਮਤ ਕਰਕੇ ਕਰਮ ਕਰਦੇ ਹਨ, ਭਾਵ ਮਨਮਤ ਨਾਲ ਜੁੜਦੇ ਹਨ, ਮਨਮਤ ਨਾਲ ਚੱਲਦੇ ਹਨ, ਉਹ ਉਸ ਅੰਮ੍ਰਿਤ ਫਲ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਖੜੇ ਸੁੱਕੇ ਦਰਖਤਾਂ ਵਰਗੇ ਆ, ਜਿਨ੍ਹਾਂ ਦੀ ਛਾਵੇਂ ਕੋਈ ਮਨੁੱਖ ਨਹੀਂ ਬੈਠਦਾ, ਜਿਨ੍ਹਾਂ ਦੇ ਉੱਤੇ ਕੋਈ ਪੰਛੀ ਨਹੀਂ ਆ ਕੇ ਬੈਠਦਾ। ਭਾਵ ਉਹ ਸੁੱਕੇ ਦਰਖਤਾਂ ਦੀ ਕੀ ਸੰਗਤ ਕਰੇ ਕੋਈ? ਸੁੱਕੇ ਦਰਖਤਾਂ ਦੇ ਨਾ ਪੱਤੇ ਹੈ, ਨਾ ਛਾਂ ਹੈ, ਨਾ ਫਲ ਹੈ। ਤੋ ਪੰਛੀ ਵੀ ਜਿਹੜੇ ਹਨ ਹਰੇ ਭਰੇ ਦਰਖਤਾਂ ਦੇ ਆ ਕੇ ਬੈਠਦੇ ਹੈ। ਤੇ ਮਨੁੱਖ ਨੂੰ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹੇ ਮਨੁੱਖਾਂ ਦੀ ਸਾਨੂੰ ਸੰਗਤ ਹੀ ਨਹੀਂ ਕਰਨੀ ਚਾਹੀਦੀ। ਉਹਨਾਂ ਤਿੰਨਾਂ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਓ। ਉਹਨਾਂ ਕੁਸੰਗੀਆਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਉਹਨਾਂ ਦਾ ਆਪਣਾ ਘਰ ਕੋਈ ਨਹੀਂ। ਘਰ ਤੋਂ ਭਾਵ ਕੋਈ ਇੱਟਾਂ ਦੇ ਘਰ ਦੀ ਗੱਲ ਨਹੀਂ, ਭਾਵ ਉਹਨਾਂ ਦੀ ਸੁਰਤ ਕਿਤੇ ਲੱਗੀ ਹੋਈ ਨਹੀਂ, ਭਟਕ ਰਹੀ ਹੈ। ਜਿਵੇਂ ਕਿਸੇ ਮਨੁੱਖ ਦਾ ਘਰ ਨਾ ਹੋਵੇ, ਉਹ ਸੜਕਾਂ ਤੇ ਰਸਤਿਆਂ ਤੇ ਤੁਰਿਆ ਫਿਰਦਾ ਹੋਵੇ, ਉਸੇ ਤਰ੍ਹਾਂ ਹੀ ਮਨਮੁਖਾਂ ਦੀ ਸੁਰਤ ਨੂੰ ਨਿਜ ਸਰੂਪ ਰੂਪੀ ਘਰ ਪ੍ਰਾਪਤ ਨਹੀਂ ਹੋਇਆ, ਤੇ ਉਹਨਾਂ ਦੀਆਂ ਰੂਹਾਂ ਭਟਕਦੀਆਂ ਫਿਰਦੀਆਂ, ਉਹ ਖਾਲੀ ਤੁਰੇ ਫਿਰਦੇ ਐ। ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਉ। ਜਿਵੇਂ ਸੁੱਕੇ ਦਰਖਤਾਂ ਨੂੰ ਜਦ ਕੋਈ ਵੇਖਦਾ ਹੈ, ਹੁਣੇ ਫੁੱਟਦਾ ਨਹੀਂ, ਹੁਣੇ ਹਰਾ ਨਹੀਂ ਹੁੰਦਾ, ਤੇ ਦੁਨੀਆ ਉਸ ਨੂੰ ਵੱਢ ਕੇ ਲੈ ਜਾਂਦੀ ਹੈ ਬਚਾਉਣ ਵਾਸਤੇ। ਇਸੇ ਤਰ੍ਹਾਂ ਹੀ ਕਹਿੰਦੇ ਉਹਨਾਂ ਮਨੁੱਖਾਂ ਦਾ ਕੀ ਕਰੀਏ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਚੇਤਨ ਬਿਰੋ ਨਾ ਉਪਜੈ, ਸੋ ਸਿਰ ਕੀਜੈ ਕਾਏ।
ਕਹਿੰਦੀ ਉਸ ਤਨ ਦਾ ਕੀ ਕਰੀਏ ਜਿਹਦੇ ਅੰਦਰ ਪਰਮੇਸ਼ਰ ਦਾ ਵਿਰਾਗ ਪੈਦਾ ਨਹੀਂ ਹੁੰਦਾ। ਫਿਰ ਆਪ ਹੀ ਸਲਾਹ ਦਿੰਦੇ ਆ, ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ, ਉਸ ਨੂੰ ਚੁੱਲ੍ਹੇ ਵਿੱਚ ਮਚਾ ਦਿਓ ਬਾਲਣ ਦੀ ਥਾਂ ਤੇ। ਕਿਉਂਕਿ ਵਿਰਾਗ ਹੈ ਜਿਹੜਾ ਇਹੀ ਸਾਨੂੰ ਪਰਮੇਸ਼ਰ ਤੱਕ ਲੈ ਕੇ ਜਾਂਦਾ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਜਿਨ੍ਹਾਂ ਸਰੀਰਾਂ ਦੇ ਵਿੱਚ ਬਿਰਹਾ ਵਿਰਾਗ ਪੈਦਾ ਨਹੀਂ ਹੁੰਦਾ ਪਰਮੇਸ਼ਰ ਦੇ ਮਿਲਾਪ ਦਾ, ਉਹ ਤਾਂ ਸ਼ਮਸ਼ਾਨ ਘਾਟ ਵਰਗੇ ਆ। ਸ਼ਮਸ਼ਾਨ ਘਾਟ ਵੀ ਜਿੱਥੇ ਰੋਜ਼ਾਨਾ ਮੁਰਦੇ ਸਾੜੇ ਜਾਂਦੇ ਐ, ਉਹ ਧਰਤੀ ਵੀ ਮੱਚ ਜਾਂਦੀ ਹੈ, ਉਹਦੇ ਵਿੱਚ ਤਾਂ ਫਿਰ ਕੁਛ ਉੱਗਰਦਾ ਵੀ ਨਹੀਂ। ਉਹ ਸਰੀਰਕ ਹਿਰਦੇ ਜਿਹੜੇ ਹਨ ਉਹ ਸੁੱਕ ਗਏ ਹਨ, ਸੜ ਗਏ ਹਨ। ਉੱਥੇ ਹੁਣ ਕੋਈ ਨਾਮ ਰੂਪੀ ਦਰਖਤ ਨਹੀਂ ਉੱਗਰ ਸਕਦਾ। ਤੇ ਬਾਬਾ ਫਰੀਦ ਜੀ ਕਹਿੰਦੇ ਉਹਨਾਂ ਸਰੀਰਾਂ ਤੋਂ ਕਰਾਉਣਾ ਕੀ ਹੈ, ਉਹ ਤਾਂ ਸੁੱਕੇ ਸੜੇ, ਉਹਨਾਂ ਨੂੰ ਮਚਾ ਦਿਓ ਅੱਗ ਵਿੱਚ। ਮਨਮੁਖ ਉਭੇ ਸੁੱਕ ਗਏ ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ, ਕੱਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਓ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਨਾ ਗੁਰੂ ਦਾ ਸ਼ਬਦ ਵਸਿਆ ਤੇ ਨਾ ਉਹ ਪਰਮੇਸ਼ਰ ਦਾ ਨਾਮ ਜਪਦੇ ਹਨ। ਇਹੋ ਜਿਹੇ ਲੋਕਾਂ ਦਾ ਜਿਹੜਾ ਹੈ ਜੀਵਨ ਬਰਬਾਦ ਹੈ। ਜਿਸ ਤਰ੍ਹਾਂ ਪ੍ਰੀਤਮ ਦਾ ਬਚਨ ਹੈ ਬਾਣੀ ਦੇ ਵਿੱਚ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਬਾਣੀ ਰਾਹੀਂ, ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਮਾਂਝਾ। ਜਿਨ੍ਹਾਂ ਨੇ ਦੁਨੀਆ ਵਿੱਚ ਆ ਕੇ ਨਾਮ ਹੀ ਨਹੀਂ ਜਪਣਾ ਸੀ, ਇਦੋਂ ਤਾਂ ਉਹ ਨਾ ਹੀ ਜੰਮਦੇ ਉਹਨਾਂ ਦੀ ਮਾਂ ਬਾਂਝ ਰਹਿ ਜਾਂਦੀ। ਤਿਨ ਸੁੰਨੀ ਦੇਹ ਫਿਰੇ ਵਿਣ ਨਾਵੇ ਵੇ ਖਪਖਾ ਮੋਏ ਕਰੰਜਾ। ਜਿਸ ਤਰ੍ਹਾਂ ਸਾਡੇ ਸੁੰਨੇ ਘਰ ਵਿੱਚ ਆ ਕੇ ਕਾਂ ਬੈਠਦਾ ਤੇ ਕਾਂ ਕਾਂ ਕਰਕੇ ਉੱਡ ਜਾਂਦਾ, ਉੱਥੋਂ ਕੁਛ ਪ੍ਰਾਪਤ ਨਹੀਂ ਕਰਦਾ। ਐਸੇ ਮਨੁੱਖ ਜਿਨ੍ਹਾਂ ਨੇ ਮਾਤਲੋਕ ਵਿੱਚ ਆ ਕੇ ਸਿੱਧਾ ਰਸਤਾ ਨਹੀਂ ਅਪਣਾਇਆ, ਪਰਮੇਸ਼ਰ ਦੇ ਲੜ ਨਹੀਂ ਲੱਗੇ, ਗੁਰੂ ਦੇ ਲੜ ਨਹੀਂ ਲੱਗੇ, ਉਹ ਦੁਨੀਆ ਦੇ ਵਿੱਚ ਲੜਾਈਆਂ ਝਗੜੇ ਕਰਵਾ ਕੇ, ਦੁਨੀਆ ਵਿੱਚ ਕਾਂ ਕਾਂ ਕਰਕੇ ਦੁਨੀਆ ਨੂੰ ਦੁੱਖ ਦੇ ਕੇ ਉੱਡ ਜਾਂਦੇ ਆ, ਚਲੇ ਜਾਂਦੇ ਆ, ਕੁਝ ਪ੍ਰਾਪਤ ਨਹੀਂ ਕਰਦੇ। ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਮਾਂਝਾ। ਤਿਨ ਸੁੰਜੀ ਦੇਹ ਫਿਰੈ ਬਿਨ ਨਾਵੈ ਓਏ ਖਪਖਾ ਮੋਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਤਾਂ ਤੇ ਮੇਰੇ ਮਨਾ ਉਸ ਪਰਮੇਸ਼ਰ ਦੇ ਮਿੱਠੇ ਨਾਮ ਨੂੰ ਜਪਣਾ ਕਰ। ਸਤਿਗੁਰੂ ਪਾਤਸ਼ਾਹ ਅੱਗੇ ਫਿਰ ਸਾਨੂੰ ਸਮਝਾਉਂਦੇ ਐ, ਹੁਕਮੈ ਕਰਮ ਕਮਾਵਨੇ ਪਈਐ ਕਿਰਤ ਫਿਰਾਓ। ਕਿਰਤ ਮਾੜੇ ਕਰਮਾਂ ਕਰਕੇ ਹੀ ਜੀਵ ਆਪਣੇ ਕਰਮਾਂ ਅਨੁਸਾਰ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਕਹਿੰਦੇ ਜਿਨ੍ਹਾਂ ਨੇ ਮਾਤਲੋਕ ਦੇ ਵਿੱਚ ਆ ਕੇ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਉਹਨਾਂ ਦਾ ਮਾਤਲੋਕ ਵਿੱਚ ਆਉਣਾ ਹੀ, ਮਨੁੱਖਾ ਜਨਮ ਲੈਣਾ ਹੀ ਬੇਕਾਰ ਗਿਆ। ਆਪਣੇ ਕੀਤੇ ਕਰਮਾਂ ਦੇ ਫਲ ਨੂੰ ਫਿਰ ਪਰਮੇਸ਼ਰ ਦੇ ਹੁਕਮ ਅੰਦਰ ਭੋਗਣਾ ਪੈਂਦਾ, ਕਿਉਂਕਿ ਪਰਮੇਸ਼ਰ ਤਾਂ ਇੱਕ ਜੱਜ ਹੈ, ਉਹ ਜੱਜਮੈਂਟ ਕਰਦਾ ਤੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਦਿੰਦਾ। ਪਰਮੇਸ਼ਰ ਕਿਸੇ ਦਾ ਦੁਸ਼ਮਣ ਨਹੀਂ ਹੈ, ਕਿਸੇ ਦਾ ਮਿੱਤਰ ਨਹੀਂ, ਉਹ ਸਭ ਲਈ ਬਰਾਬਰ ਹੈ। ਤੇ ਜਿਹੜੇ ਉਸ ਦੇ ਨਾਮ ਨਾਲ ਨਹੀਂ ਜੁੜਦੇ, ਉਹ ਮਾਤਲੋਕ ਦੇ ਵਿੱਚ ਮਾੜੇ ਕਰਮ ਕਰਨ ਕਰਕੇ ਆਪਣੇ ਕਰਮਾਂ ਦੇ ਫਲ ਨੂੰ ਭੋਗਦੇ ਆ। ਪਰਮੇਸ਼ਰ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਦਿੰਦਾ। ਪ੍ਰੀਤਮ ਜੀ ਕਹਿੰਦੇ ਹੁਕਮੈ ਕਰਮ ਕਮਾਵਨੇ ਪਈਆ ਕਿਰਤ ਫਰਾਓ। ਕੀਤੇ ਹੋਏ ਕਰਮਾਂ ਦੇ ਫਲ ਨੂੰ ਭੋਗਣ ਵਾਸਤੇ ਫਿਰ ਭਟਕਦੇ ਆ। ਹੁਕਮੈ ਦਰਸ਼ਨ ਦੇਖਣ ਜਹ ਭੇਜੈ ਤਹਿ ਜਾਓ। ਪਰ ਕੁਝ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਗੁਰਮੁਖ ਵਾਹਿਗੁਰੂ ਦਾ ਦਰਸ਼ਨ ਕਰਦੇ ਹਨ। ਕੁਝ ਲੋਕ ਜਿਹੜੇ ਗੁਰਬਾਣੀ ਨੂੰ ਮੰਨਦੇ ਆ, ਪਰਮੇਸ਼ਰ ਨੂੰ ਮੰਨਦੇ ਹਨ, ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਨੇ,
ਉਹ ਉਹਦੇ ਹੁਕਮ ਨੂੰ ਮੰਨ ਕਰਕੇ ਗੁਰਮੁਖਾਂ ਦੀ ਸੰਗਤ ਵਿੱਚ ਜਾਂਦੇ ਹੈ। ਜਿਵੇਂ ਆਪ ਜੀ ਗੁਰੂ ਘਰ ਜਾ ਕੇ ਬੈਠਦੇ ਹੋ, ਉਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਜਿਹੜੇ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਨੇ, ਉਸ ਹੁਕਮ ਨੂੰ ਮੰਨਣ ਕਰਕੇ ਉਹ ਸੁਖੀ ਵਸਦੇ ਆ। ਜਿੱਥੇ ਮਾਲਕ ਭੇਜਦਾ ਉੱਥੇ ਚਲੇ ਜਾਂਦੇ ਆ। ਮਡਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਉਹ ਵੱਡੇ ਭਾਗਾਂ ਵਾਲੇ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨ ਕਰਕੇ ਗੁਰੂ ਦੇ ਦਰਸ਼ਨ ਕਰਦੇ ਆ, ਗੁਰੂ ਦੀ ਸੰਗਤ ਕਰਦੇ ਆ। ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੇ ਜਾਓ। ਫਿਰ ਪਰਮੇਸ਼ਰ ਜਿੱਥੇ ਉਹਨਾਂ ਨੂੰ ਹੁਕਮ ਕਰਦਾ, ਗੁਰੂ ਹੁਕਮ ਕਰਦਾ, ਉੱਥੇ ਚਲੇ ਜਾਂਦੇ ਆ। ਉਹ ਰੂਹਾਂ ਮਾਤ ਲੋਕ ਦੇ ਵਿੱਚ ਆਉਂਦੀਆਂ, ਮਨੁੱਖਾ ਜਨਮ ਧਾਰਦੀਆਂ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਪਰਮੇਸ਼ਰ ਉਹਨਾਂ ਨੂੰ ਦੁਨੀਆ ਵਿੱਚ ਭੇਜਦਾ, ਪਰ ਉਪਕਾਰ ਦੇ ਵਾਸਤੇ ਆਉਂਦੇ ਆ। ਜਹ ਭੇਜੈ ਤਹਿ ਜਾਓ। ਮਾਤ ਲੋਕ ਵਿੱਚ ਆਉਂਦੇ ਆ, ਆਪਣੇ ਕਾਰਜ ਕਰਦੇ ਆ। ਜਿਵੇਂ ਦੁਸ਼ਟ ਦਮਨ ਜੀ ਨੂੰ ਭੇਜਣਾ ਕੀਤਾ, ਹੁਕਮ ਕੀਤਾ ਕਿ ਦੁਸ਼ਟ ਦਮਨੋ ਹੁਣ ਤੁਸੀਂ ਮਾਤ ਲੋਕ ਵਿੱਚ ਜਾਓ ਤੇ ਜਾ ਕਰਕੇ ਜਿਹੜਾ ਧਰਮ ਨੂੰ ਖਤਮ ਕਰਨ ਤੇ ਤੁਲੇ ਹੋਈਆਂ ਮੌਕੇ ਦੀਆਂ ਸਰਕਾਰਾਂ, ਉਹਨਾਂ ਦਾ ਖਾਤਮਾ ਕਰੋ। ਬਾਦਸ਼ਾਹ ਔਰੰਗਜ਼ੇਬ ਮੁਗਲਾਂ ਦਾ ਰਾਜ ਜਿਹੜਾ ਸੀਗਾ ਉਹ ਸੰਸਾਰ ਨੂੰ ਦੁੱਖ ਦੇਣ ਤੇ ਲੱਗਿਆ ਹੋਇਆ ਸੀ, ਤਾਂ ਪਰਮੇਸ਼ਰ ਜੀ ਨੇ ਦੁਸ਼ਟ ਦਮਨ ਨੂੰ ਭੇਜਣਾ ਕੀਤਾ। ਉਹ ਪਰਮੇਸ਼ਰ ਦੇ ਹੁਕਮ ਅੰਦਰ ਆਉਂਦੇ ਨੇ, ਪਰਮੇਸ਼ਰ ਨੂੰ ਯਾਦ ਰੱਖਦੇ ਨੇ ਔਰ ਉਸ ਦੇ ਹੁਕਮ ਨੂੰ ਬਜਾਉਂਦੇ ਹੋਏ ਆਪਣਾ ਕਾਰਜ ਕਰਕੇ ਵਾਪਸ ਉਹਦੇ ਵਿੱਚ ਫਿਰ ਸਮਾ ਜਾਂਦੇ ਹੈ। ਹੁਕਮੈ ਹਰ ਹਰ ਮਨ ਵਸੈ, ਹੁਕਮੈ ਸੱਚ ਸਮਾਓ। ਦੂਜੇ ਪਾਸੇ ਮਨਮੁਖਾਂ ਦੀ ਗੱਲ ਕਰ ਲਈਏ ਹੁਣ ਥੋੜ੍ਹੀ ਜੀ। ਪਾਤਸ਼ਾਹ ਕਹਿੰਦੇ ਹੁਕਮ ਨ ਜਾਣੈ ਬਪੜੇ, ਭੁੱਲੈ ਫਿਰੈ ਗਵਾਰ। ਜਿਵੇਂ ਗੁਰੂ ਸਾਹਿਬ ਦੇ ਐਂਟੀ ਔਰੰਗਜ਼ੇਬ, ਜਿਵੇਂ ਅੱਜ ਦੀਆਂ ਵੀ ਸਰਕਾਰਾਂ ਜਿਹੜੀਆਂ ਉਹ ਮਾਨੋ ਕਿ ਧਰਮ ਦੇ ਸੱਚ ਦੇ ਐਂਟੀ ਚੱਲ ਰਹੀਆਂ, ਉਸੇ ਤਰ੍ਹਾਂ ਹੀ ਉਦੋਂ ਵੀ ਗੁਰੂ ਸਾਹਿਬ, ਇੱਕ ਪਾਸੇ ਗੁਰੂ ਸਾਹਿਬ ਦਾ ਸਿਸਟਮ, ਇੱਕ ਪਾਸੇ ਮੁਗਲ ਸਰਕਾਰਾਂ ਦਾ, ਮੌਕੇ ਦੀਆਂ ਸਰਕਾਰਾਂ ਦਾ ਇੰਤਜ਼ਾਮ, ਉਹ ਦੋਨੇ ਇੱਕ ਦੂਜੇ ਦੇ ਐਂਟੀ ਸਨ। ਮਾਨੋ ਗੁਰੂ ਸਾਹਿਬ ਪਰਮੇਸ਼ਰ ਦੇ ਹੁਕਮ ਅੰਦਰ ਧਰਮ ਨੂੰ, ਸੱਚ ਨੂੰ ਕਾਇਮ ਕਰਦੇ ਰਹੇ ਔਰ ਜ਼ਾਲਮ ਲੋਕ ਜਿਹੜੇ ਹਨ ਸੱਚ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਹੁਕਮ ਨਾ ਜਾਣੈ ਬਪੜੇ, ਭੁੱਲੈ ਫਿਰੇ ਗਵਾਰ। ਇਹੋ ਜਿਹੇ ਲੋਕ ਜਿਹੜੇ ਹਨ ਗਵਾਰ ਭਾਵ ਮੂਰਖ, ਪਰਮੇਸ਼ਰ ਨੂੰ ਭੁਲਾ ਕਰਕੇ ਆਪਣੀ ਮਨਮਰਜ਼ੀ ਕਰਦੇ ਆ। ਮਨ ਹੱਠ ਕਰਮ ਕਮਾਉਂਦੇ ਧੱਕੇ ਦੇ ਨਾਲ ਹੀ, ਧੱਕੇ ਦੇ ਨਾਲ ਹੀ ਦੁਨੀਆ ਨੂੰ ਦੁੱਖ ਦਿੰਦੇ ਹਨ, ਧੱਕਾ ਕਰਦੇ ਆ ਦੁਨੀਆ ਦੇ ਨਾਲ, ਮਨ ਹੱਠ ਮਨ ਮਰਜ਼ੀ ਕਰਦੇ ਐ। ਪਾਤਸ਼ਾਹ ਕਹਿੰਦੇ ਨਿਤ ਨਿਤ ਹੋਏ ਖੁਆਰ, ਉਹ ਸਦਾ ਦੁਖੀ ਵਸਦੇ ਐ, ਖੁਆਰ ਹੁੰਦੇ ਐ। ਅੰਤਰ ਸ਼ਾਂਤ ਨ ਆਵੀ, ਸੱਚ ਨ ਲੱਗੈ ਪਿਆਰ। ਉਹਨਾਂ ਨੂੰ ਪਾਤਸ਼ਾਹ ਜੀ ਕਹਿੰਦੇ ਫਿਰ ਸ਼ਾਂਤੀ ਨਹੀਂ ਆਉਂਦੀ, ਸੁੱਖ ਨਹੀਂ ਮਿਲਦਾ, ਕਿਉਂਕਿ ਉਹ ਝੂਠ ਨਾਲ ਜੁੜੇ ਹੁੰਦੇ ਆ, ਸੱਚ ਨਾਲ ਨਹੀਂ ਜੁੜੇ ਹੁੰਦੇ। ਤੇ ਝੂਠ ਹੈ ਜਿਹੜਾ ਉਹ ਕਦੇ ਵੀ ਦੁੱਖ ਦੇ ਸਕਦਾ ਹੈ। ਕੋੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਤੇ ਸੱਚ ਹਮੇਸ਼ਾ ਸੁੱਖ ਦੇਣ ਵਾਲਾ ਹੈ, ਸੁਖਦਾਈ ਹੈ। ਜਿਹੜੇ ਮਨੁੱਖ ਸੰਸਾਰ ਦੇ ਵਿੱਚ ਮਨ ਹੱਠ ਕਰਦੇ ਆ, ਭਾਵ ਮਨਮਤ ਕਰਦੇ ਆ, ਧੱਕਾ ਕਰਦੇ ਆ, ਜਿੱਦ ਕਰਦੇ ਆ, ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਨਹੀਂ। ਉਹ ਕਹਿੰਦੇ ਆ ਐਂ ਨਹੀਂ ਹੋਣਾ ਚਾਹੀਦਾ ਸੀ, ਮੈਂ ਐਂ ਕਰੂੰਗਾ। ਗੁਰੂ ਪਿਆਰਿਓ, ਫਿਰ ਪਾਤਸ਼ਾਹ ਜੀ ਕਹਿੰਦੇ ਉਹ ਦੁਖੀ ਹੁੰਦੇ ਆ, ਖੁਆਰ ਹੁੰਦੇ ਆ, ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ। ਏਸੀ ਰੂਮ ਦੇ ਵਿੱਚ ਬੈਠ ਕੇ ਵੀ ਮੁੜਕਾ ਆਈ ਜਾਂਦਾ ਉਹਨਾਂ ਨੂੰ। ਭਾਵ ਸੰਸਾਰ ਨੇ ਸ਼ਾਂਤੀ ਵਾਸਤੇ ਗਰਮੀ ਵਿੱਚ ਏਸੀ ਤਿਆਰ ਕੀਤਾ, ਠੰਡ ਵਿੱਚ ਗਰਮੈਸ਼ ਤਿਆਰ ਕੀਤੀ, ਪਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ
ਉਹ ਏਸੀ ਰੂਮਾਂ ਵਿੱਚ ਵੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ, ਤੇ ਨਾਮ ਜਪਣ ਵਾਲੇ ਜੇਠ ਹਾੜ ਵਿੱਚ ਵੀ ਆਨੰਦ ਮਾਣ ਜਾਂਦੇ ਆ। ਸਾਡੇ ਸਾਹਮਣੇ ਹੈ ਇਤਿਹਾਸ। ਇੱਕ ਪਾਸੇ ਜਲਾਦ ਕੋਲ ਆਰਾ ਹੈ, ਭਾਈ ਮਤੀ ਦਾਸ ਨੂੰ ਕੱਟਣ ਲਈ ਤਿਆਰ ਹੋਏ ਹੈ, ਦੂਜੇ ਪਾਸੇ ਕਟਾਉਣ ਲਈ ਤਿਆਰ ਹੈ ਭਾਈ ਮਤੀ ਦਾਸ ਆਪਣਾ ਸਰੀਰ। ਦੱਸਦੇ ਆ ਜਲਾਦਾਂ ਨੂੰ ਮੁੜਕਾ ਆਈ ਜਾਂਦਾ ਹੈ। ਭਾਈ ਮਤੀ ਦਾ ਸ਼ਾਂਤ ਸੁਭਾਅ ਹੈ, ਕਹਿਣ ਲੱਗਿਆ ਆਰਾ ਹੌਲੀ ਚਲਾਇਓ। ਜਲਾਦਾਂ ਨੇ ਸੋਚਿਆ ਕਿ ਸ਼ਾਇਦ ਇਹ ਡਰ ਗਿਆ ਹੈ, ਬਈ ਹੌਲੀ ਚਲਾਓ, ਕੀ ਗੱਲ ਪੀੜ ਹੋਈ? ਕਹਿੰਦੇ ਨਹੀਂ, ਪੀੜ ਨਹੀਂ ਹੋਈ। ਉਸ ਤੋਂ ਪਹਿਲਾਂ ਕਿ ਮੇਰੀ ਜੀਭ ਕੱਟੀ ਜਾਵੇ ਮੈਂ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ। ਤੇ ਸਾਹਮਣੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਹਨ ਪਿੰਜਰੇ ਦੇ ਵਿੱਚ। ਜਦ ਉਹਨਾਂ ਨੇ ਉਸ ਦੀ ਇਹ ਗੱਲ ਸੁਣੀ, ਇਹ ਬਚਨ ਸੁਣਿਆ, ਤੇ ਕਹਿਣ ਲੱਗੇ ਸ਼ਾਬਾਸ਼ ਮਤੀ ਦਾਸ, ਤੇਰੀ ਇਹ ਆਖਰੀ ਇੱਛਾ ਜ਼ਰੂਰ ਪੂਰੀ ਹੋਵੇਗੀ, ਭਾਵੇਂ ਸਰੀਰ ਦੋ ਟੁੱਟੇ ਹੋ ਜਾਵੇ। ਏਦਾਂ ਹੀ ਹੋਇਆ। ਬੜੀ ਹੀ ਤੇਜ਼ੀ ਦੇ ਨਾਲ ਆਰਾ ਸਰੀਰ ਨੂੰ ਚੀਰ ਗਿਆ। ਜੋ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ, ਕਹਿੰਦੇ ਉਹ ਰਹਿੰਦਾ ਹੋਇਆ ਪਾਠ ਸਰੀਰ ਦੇ ਦੋਨਾਂ ਹਿੱਸਿਆਂ 'ਚੋਂ ਬਾਰ-ਬਾਰ ਪੰਕਤੀ ਉਚਰ ਕੇ ਪੂਰਾ ਹੋ ਗਿਆ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਦੇ ਭਾਣੇ ਨੂੰ ਮੰਨਦੇ ਆ, ਉਹਦੇ ਹੁਕਮ ਨੂੰ ਮੰਨਦੇ ਆ, ਉਹ ਹਮੇਸ਼ਾ ਸੁਖੀ ਵਸਦੇ ਨੇ। ਤੇ ਜਿਹੜੇ ਮੂਰਖ ਹਨ, ਪਰਮੇਸ਼ਰ ਦੇ ਐਂਟੀ ਚੱਲਣ ਵਾਲੇ, ਸੱਚ ਦੇ ਐਂਟੀ ਚੱਲਣ ਵਾਲੇ, ਮਨ ਹੱਠ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ, ਉਹ ਦੁਖੀ ਹੁੰਦੇ ਰਹਿੰਦੇ ਨੇ। ਅੰਤਰ ਸ਼ਾਂਤ ਨ ਆਵੀ, ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ। ਸੱਚ ਨਾਲ ਲੱਗਿਆ ਪਿਆਰ, ਕਿਉਂਕਿ ਉਹ ਸੱਚ ਨਾਲ ਪਿਆਰ ਨਹੀਂ ਕਰਦੇ। ਇਸੀ ਮਨਮੁਖਾਂ ਦੀ ਗੱਲ ਅੱਗੇ ਫਿਰ ਗੁਰਮੁਖਾਂ ਦੀ ਗੱਲ ਚੱਲ ਪਈ। ਪ੍ਰੀਤਮ ਜੀ ਕਹਿੰਦੇ ਗੁਰਮੁਖੀਆਂ ਮੋਹ ਸੋਹਣੇ, ਗੁਰ ਕੈ ਹੇਤ ਪਿਆਰ। ਗੁਰਮੁਖੀਆਂ ਉਹ ਰੂਹਾਂ ਜਿਹੜੀਆਂ ਗੁਰੂ ਦੇ ਅਨੁਸਾਰ ਚੱਲਦੀਆਂ, ਗੁਰਮੁਖੀਆਂ ਗੁਰੂ ਨੂੰ ਮੁੱਖ ਰੱਖ ਕੇ ਚੱਲਦੀਆਂ, ਜਿਵੇਂ ਗੁਰੂ ਕਹਿੰਦਾ ਉਵੇਂ ਕਰਦੀਆਂ, ਆਪਣੀ ਮਨਮਤ ਨਹੀਂ ਕਰਦੀਆਂ। ਜਿਹੜੀਆਂ ਰੂਹਾਂ ਮੋਹ ਸੋਹਣੇ, ਉਹ ਸੋਹਣੀਆਂ ਲੱਗਦੀਆਂ। ਸੋਈ ਸੱਜਣ ਸੋਹਣੇ, ਸਾਧ ਸੰਗ ਜਿਨ੍ਹਾਂ ਬਹਿਣੇ। ਜਿਹੜੇ ਸਤਸੰਗਤ ਕਰਦੇ ਐ ਉਹ ਸੋਹਣੇ ਲੱਗਦੇ ਐ। ਸੱਜਣ ਸੱਚਾ ਪਾਤਸ਼ਾਹ, ਉਹ ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ। ਸਭਨਾ ਦਾ ਵਿਸਾਹੋ, ਗੁਰਮੁਖੀਆਂ ਮੋਹ ਸੋਹਣੇ, ਗੁਰ ਕੈ ਹਿਤ ਪਿਆਰ। ਜਿਹੜੇ ਗੁਰੂ ਦੇ ਨਾਲ ਹਿਤ ਪ੍ਰੇਮ ਕਰਦੇ ਐ, ਪਿਆਰ ਕਰਦੇ ਐ, ਗੁਰਮਤਿ ਅਨੁਸਾਰ ਚੱਲਦੇ ਐ, ਉਹ ਦੁਨੀਆ ਨੂੰ ਵੀ ਚੰਗੇ ਲੱਗਦੇ ਐ, ਦਰਗਾਹ ਵਿੱਚ ਵੀ ਸ਼ੋਭਾ ਪਾਉਂਦੇ ਐ। ਉਹਨਾਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੁੰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਗੁਰਮੁਖੀਆਂ ਮੋਹ ਸੋਹਣੇ, ਗੁਰ ਕੈ ਹੇਤ ਪਿਆਰ। ਸੱਚੀ ਭਗਤੀ ਸੱਚ ਰਤੇ, ਦਰ ਸੱਚੈ ਸਚਿਆਰ। ਇੱਥੇ ਸੱਚ ਦੀ ਭਗਤੀ ਕਰਦੇ ਹੋਏ ਆਪਣੇ ਆਤਮੇ ਨੂੰ ਸੱਚ ਦੇ ਰੰਗ ਵਿੱਚ ਰੰਗ ਲੈਂਦੇ ਨੇ। ਜਿਹੜੇ ਸੱਚ ਦੇ ਰੰਗ ਵਿੱਚ ਰੰਗੇ ਜਾਂਦੇ ਆ, ਉਹ ਦਰਗਾਹ ਦੇ ਵਿੱਚ ਆਨੰਦ ਮਾਣਦੇ ਆ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਸੱਚ ਦੇ ਵਿੱਚ ਰੰਗੇ ਜਾਂਦੇ ਆ ਤੇ ਸੱਚ ਨਾਲ ਮਿਲ ਕੇ ਆਨੰਦ ਮਾਣਦੇ ਨੇ। ਦਰ ਸੱਚੈ ਸਚਿਆਰ, ਤੇ ਸੱਚ ਵਿੱਚ ਮਿਲ ਕੇ ਸਚਿਆਰੇ ਹੋ ਜਾਂਦੇ ਆ। ਜਿਵੇਂ ਜਪਜੀ ਸਾਹਿਬ ਦਾ ਬਚਨ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਚਿਆਰਾ ਸੱਚ ਵਾਲਾ। ਅਸੀਂ ਸੱਚ ਵਾਲੇ ਕਿਵੇਂ ਹੋ ਸਕਦੇ ਹਾਂ? ਕਿਵੇਂ ਸਾਡੇ ਵਿੱਚੋਂ ਤੇ ਪਰਮੇਸ਼ਰ ਵਿੱਚੋਂ ਕੂੜ ਦੀ ਕੰਧ ਟੁੱਟ ਸਕਦੀ ਆ? ਤੇ ਸਤਿਗੁਰੂ ਪਾਤਸ਼ਾਹ ਜੀ ਇਹਦਾ ਜਵਾਬ ਦਿੰਦੇ ਹਨ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਤੇ ਅੱਗੇ ਇਹਦਾ ਜਵਾਬ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਜਿਹੜੇ ਗੁਰਮੁਖ ਗੁਰਮਤਿ ਅਨੁਸਾਰ ਚੱਲਦੇ ਆ, ਉਹ ਸੋਹਣੇ ਲੱਗਦੇ ਆ। ਸਈ ਸੱਜਣ ਸੋਹਣੇ, ਸਾਧ ਸੰਗ ਜਿਨ੍ਹਾਂ ਬਹਿਣੇ।
ਰੱਤੇ ਗੰਭੀਰ ਅਪਾਰ ਜੀਓ, ਰੰਗ ਦੇ ਵਿੱਚ ਰੰਗੇ ਹੋਏ, ਬੜੇ ਡੂੰਘੇ ਬੜੇ ਵਿਸ਼ਾਲ ਹਿਰਦੇ ਵਾਲੇ ਉਹ ਹੁੰਦੇ ਨੇ, ਜਿਨ੍ਹਾਂ ਦੀ ਗੱਲ ਸਤਿਗੁਰਾਂ ਨੇ ਪਵਿੱਤਰ ਬਾਣੀ ਵਿੱਚ ਕੀਤੀ ਆ। ਸੱਚੀ ਭਗਤੀ ਸੱਚ ਰਤੇ, ਦਰ ਸੱਚੇ ਸਚਿਆਰ, ਆਏ ਸੇ ਪਰਵਾਨ ਹੈ। ਉਹਨਾਂ ਦਾ ਦੁਨੀਆ ਵਿੱਚ ਆਉਣਾ ਪ੍ਰਵਾਨ ਹੋ ਜਾਂਦਾ ਹੈ, ਭਾਵ ਉਹਨਾਂ ਨੇ ਆਪਣੀ ਜ਼ਿੰਦਗੀ ਕਿਸੇ ਲੇਖੇ ਲਾਈ ਹੈ। ਮਾਤ ਲੋਕ ਦੇ ਵਿੱਚ ਆ ਕੇ ਉਹਨਾਂ ਨੇ ਸੱਚ ਨੂੰ ਉੱਚਾ ਚੁੱਕਣ ਦੇ ਵਾਸਤੇ ਆਪਣੀ ਜ਼ਿੰਦਗੀ ਲਾਈ, ਸੱਚ ਨੂੰ ਪ੍ਰਗਟ ਕਰਨ ਵਾਸਤੇ। ਜਿਵੇਂ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਔਰੰਗੇ ਨੂੰ ਰੋਕਣ ਵਾਸਤੇ, ਬਈ ਤੂੰ ਗਲਤ ਕਰ ਰਿਹਾ ਹੈ, ਭਾਵੇਂ ਕਿ ਉਸ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਸ ਕਾਰਨ ਸ਼ਹੀਦ ਕਰ ਦਿੱਤਾ, ਪਰ ਸਤਿਗੁਰਾਂ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਅਨੇਕਾਂ ਸਿੰਘਾਂ ਦੀ ਸ਼ਹੀਦੀ ਜਿਹੜੀ ਹੈ, ਉਹਨਾਂ ਮੁਗਲਾਂ ਦੀਆਂ ਜੜ੍ਹਾਂ ਵਿੱਚ ਤੇਲ ਪਾ ਗਈ। ਤੇ ਅਖੀਰ 10ਵੇਂ ਪਾਤਸ਼ਾਹ ਜੀ ਨੇ ਇਹ ਬਚਨ ਮੁਖ ਚੋਂ ਕਹਿ ਦਿੱਤਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਨਾ। ਜਦੋਂ ਭਾਈ ਸਾਹਿਬ ਭਾਈ ਮਾਹੀ ਨੇ ਰਾਏਕੋਟ ਤੋਂ ਵਾਪਸ ਆ ਕੇ ਗੁਰੂ ਪਿਆਰਿਓ ਸੁਨੇਹਾ ਦਿੱਤਾ, ਦੱਸਣਾ ਕੀਤਾ ਕਿ ਕਿਸ ਤਰ੍ਹਾਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀਆਂ ਪਾ ਗਏ ਹਨ। ਜਦੋਂ ਪਾਤਸ਼ਾਹ ਜੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਗੱਲ ਸ਼ੁਰੂ ਕੀਤੀ, ਕਿਸ ਤਰ੍ਹਾਂ ਦੁਸ਼ਟਾਂ ਨੇ ਕੰਧ ਵਿੱਚ ਖੜੇ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਪਰ ਤੁਹਾਡੇ ਪੁੱਤਰਾਂ ਨੇ ਈਨ ਨਹੀਂ ਮੰਨੀ, ਸ਼ਹੀਦੀਆਂ ਪ੍ਰਾਪਤ ਕਰ ਗਏ। ਜਦੋਂ ਇਹ ਗੱਲ ਪੂਰੀ ਹੋਈ ਮਾਹੀ ਦੀ, ਤੇ ਸਤਿਗੁਰਾਂ ਨੇ ਮਾਰ ਕੇ ਤੀਰ ਕਾਹੀ ਦਾ ਪੌਦਾ ਮਾਰ ਕੇ ਮੁੱਦਾ ਕਹਿੰਦੇ ਮੁਗਲਾਂ ਦੀ ਜੜ ਗਈ। ਸੋ ਇਸ ਕਰਕੇ ਜਦੋਂ ਕੋਈ ਸਰਕਾਰ ਮਨਮਰਜ਼ੀ ਕਰਦੀ ਹੈ, ਧੱਕਾ ਕਰਦੀ ਹੈ ਸ੍ਰਿਸ਼ਟੀ ਨਾਲ, ਜਨਤਾ ਨਾਲ, ਬੱਚਿਆਂ ਤੇ, ਮਨੁੱਖਾਂ ਤੇ, ਬੁੱਢਿਆਂ ਤੇ, ਇਸਤਰੀਆਂ ਤੇ, ਉਦੋਂ ਫਿਰ ਸਮਝੋ ਸਰਕਾਰ ਦਾ ਖਾਤਮਾ ਹੁੰਦਾ। ਗੁਰੂ ਪਿਆਰਿਓ, ਉਹਨਾਂ ਦੇ ਦਿਨ ਨੇੜੇ ਹੁੰਦੇ ਆ। ਇਸੇ ਤਰ੍ਹਾਂ ਹੀ ਮੁਗਲਾਂ ਦੀ ਸਰਕਾਰ ਦਾ ਰਾਜ ਗਿਆ ਮਾਤ ਲੋਕ ਦੇ ਵਿੱਚੋਂ, ਜੋ ਇਸ ਭਾਰਤ ਵਰਸ਼ ਵਿੱਚ ਫੈਲੇ ਹੋਏ ਸਨ, ਤੇ ਸਾਰਿਆਂ ਨੂੰ ਆਪਣੇ ਹੀ ਰੰਗ ਵਿੱਚ ਰੰਗਣਾ ਚਾਹੁੰਦੇ ਸਨ, ਭਾਵ ਸਭ ਨੂੰ ਮੁਸਲਮਾਨ ਹੀ ਬਣਾਉਣਾ ਚਾਹੁੰਦੇ ਸਨ। ਪਰ ਪਰਮੇਸ਼ਰ ਨੂੰ ਕੁਝ ਹੋਰ ਪਾਉਂਦਾ, ਨਰ ਚਾਹਤ ਕਛ ਔਰੈ ਕੀ ਔਰੈ ਪਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਅਖੀਰ ਗੁਰੂ ਪਿਆਰਿਓ, ਉਹਨਾਂ ਦੀਆਂ ਸ਼ਹੀਦੀਆਂ ਦਾ ਜਿਹੜਾ ਖੂਨ ਸੀ, ਮੁਗਲਾਂ ਦੀਆਂ ਜੜ੍ਹਾਂ ਵਿੱਚ ਤੇਲ ਬਣ ਕੇ ਵੜਿਆ, ਔਰ ਉਹਨਾਂ ਦੀਆਂ ਜੜ੍ਹਾਂ ਪੱਟੀਆਂ ਗਈਆਂ। ਇਸ ਕਰਕੇ ਬਾਬਾ ਜੀ ਕਹਿੰਦੇ, ਜਿਹੜੇ ਮਾਤ ਲੋਕ ਵਿੱਚ ਮਨ ਮਰਜ਼ੀ ਕਰਦੇ ਨੇ, ਮਨ ਹੱਠ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ, ਦੁਨੀਆ ਨੂੰ ਦੁੱਖ ਦੇਣ ਵਾਲੇ ਆਪ ਵੀ ਖੁਆਰ ਹੁੰਦੇ ਆ। ਤਾਂ ਤੇ ਪੰਜਵੇਂ ਪਾਤਸ਼ਾਹ ਨੇ ਕਿੰਨੀ ਸੁੰਦਰ ਸਲਾਹ ਦਿੱਤੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਤੁਹਾਨੂੰ ਕਦੇ ਵੀ ਦੁੱਖ ਨਹੀਂ ਮਿਲੇਗਾ, ਕਿਉਂਕਿ ਹਮੇਸ਼ਾ ਅਸੀਂ ਕੰਧ ਵੱਲ ਜਿੰਨੀ ਤੇਜ਼ੀ ਨਾਲ ਗੇਂਦ ਮਾਰਾਂਗੇ, ਓਨੀ ਤੇਜ਼ੀ ਨਾਲ ਗੇਂਦ ਵਾਪਸ ਆਉਂਦੀ ਹੈ। ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਜਿਹੋ ਜਿਹਾ ਸਾਡੇ ਦਿਮਾਗ ਵਿੱਚ ਕਿਸੇ ਦੇ ਪ੍ਰਤੀ ਸੋਚ ਚੱਲਦੀ ਹੈ, ਸਾਡੀਆਂ ਲਹਿਰਾਂ ਉਹਦੇ ਨਾਲ ਟਕਰਾਉਂਦੀਆਂ, ਤੇ ਉਹਦੇ ਅੰਦਰੋਂ ਵੀ ਸਾਡੇ ਵਾਪਸ ਉਹੇ ਜੀ ਸੋਚ ਹੀ ਆਉਂਦੀ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ, ਜਿਹੜੇ ਧੱਕਾ ਕਰਦੇ ਆ ਉਹ ਕਦੇ ਵੀ ਸੁਖੀ ਨਹੀਂ ਵਸਦੇ। ਹਾਂ, ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ, ਅੰਤਰ ਸ਼ਾਂਤ ਨ ਆਵੀ, ਸੱਚ ਨਾ ਲੱਗੇ ਪਿਆਰ। ਪਰ ਜਿਹੜੀਆਂ ਰੂਹਾਂ ਗੁਰਮੁਖ ਬਣ ਕੇ ਗੁਰਮਤਿ ਅਨੁਸਾਰ ਚੱਲਦੀਆਂ, ਉਹ ਸੁਖੀ ਵਸਦੀਆਂ। ਗੁਰਮੁਖੀਆਂ ਮੋਹ ਸੋਹਣੇ, ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ, ਦਰ ਸੱਚੈ ਸਚਿਆਰ। ਉਹ ਸੱਚੀ ਭਗਤੀ ਕਰਦੇ ਹੋਏ ਸੱਚ ਵਿੱਚ ਰੰਗੇ ਜਾਂਦੇ ਆ, ਤੇ ਇੱਕ ਦਿਨ ਸਚਿਆਰੇ ਬਣ ਜਾਂਦੇ ਆ, ਉਹਦੇ ਹੁਕਮ ਅੰਦਰ ਚੱਲਣ ਵਾਲੇ। ਆਏ ਸੇ ਪ੍ਰਵਾਨ ਹੈ, ਸਭ ਕੁਲ ਕਾ ਕਰੇ ਉਧਾਰ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਉਹਨਾਂ ਦੇ ਵਾਸਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਧਨ 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 ਕਿਹਾ। ਧਨ ਜੀਓ ਤੇ ਕੋ ਜਗ ਮੈਂ,
ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ। ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਰੀਰ ਤਾਂ ਖਤਮ ਹੋਣ ਵਾਲਾ ਹੀ ਆ, ਉਸ ਤੋਂ ਪਹਿਲਾਂ ਕਿ ਇਸ ਤੋਂ ਕੋਈ ਕੰਮ ਲੈ ਲਿਆ ਜਾਵੇ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਪਰਮੇਸ਼ਰ ਦੀ ਸਿਫਤ ਰੂਪੀ ਕਿਸ਼ਤੀ ਤੇ ਚੜ੍ਹ ਜਾਂਦੇ ਆ ਤੇ ਭਵ ਸਾਗਰ ਚੋਂ ਆਪ ਵੀ ਪਾਰ ਹੋ ਜਾਂਦੇ ਆ। ਆਪਣੀਆਂ ਕੁੱਲਾਂ ਤੱਕ ਦਾ ਵੀ ਉਹ ਦੁਨੀਆ ਵਿੱਚ ਨਾਮ ਰੋਸ਼ਨ ਕਰਦੇ ਆ, ਨਾਮ ਚਮਕਾ ਜਾਂਦੇ ਆ। ਆਪਣੀਆਂ ਕੁੱਲਾਂ ਦਾ ਵੀ ਉਹ ਉਧਾਰ ਕਰ ਜਾਂਦੇ ਆ, ਕਲਿਆਣ ਕਰ ਜਾਂਦੇ ਆ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦਾ ਬਚਨ ਕਰੀਏ ਆਪਾਂ ਸਾਂਝਾ। ਜਿਸ ਵੇਲੇ ਭਗਤ ਪ੍ਰਹਿਲਾਦ ਹਰਨਾਕਸ਼ ਦੇ ਘਰ ਪੈਦਾ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਮਾਨੋ ਬੰਜਰ ਦੇ ਵਿੱਚ ਕਮਲ ਉਗਰਿਆ। ਭਾਵ ਹਰਨਾਕਸ਼ ਐਸਾ ਤਵਸਵੀ ਰਾਜਾ ਸੀ, ਰੱਬ ਦੇ ਨਾਲ ਵੀ ਆਡਾ ਵਿੱਢ ਕੇ ਬਹਿ ਗਿਆ। ਕਹਿੰਦਾ ਰੱਬ ਨੂੰ ਮਾਰੂੰਗਾ, ਉਹਨੇ ਮੇਰੇ ਭਰਾ ਨੂੰ ਮਾਰਿਆ। ਔਰ ਪਰਮੇਸ਼ਰ ਦੀ ਖਲਕਤ ਨੂੰ, ਕੁਦਰਤ ਨੂੰ ਦੁੱਖ ਦੇਣ ਲੱਗਿਆ, ਜਨਤਾ ਨੂੰ ਦੁੱਖ ਦੇਣ ਲੱਗਿਆ। ਜਨਤਾ ਦੀਆਂ ਹਾਵਾਂ ਕੁਰਲਾਵਾਂ ਹੌਂਕੇ ਪਰਮੇਸ਼ਰ ਤੱਕ ਪਹੁੰਚੇ ਔਰ ਆਕਾਸ਼ਬਾਣੀ ਹੋਈ ਕਿ ਜਲਦੀ ਹੀ ਮੈਂ ਇਹਦੇ ਘਰ ਇੱਕ ਪੁੱਤਰ ਭੇਜੂੰਗਾ ਭਗਤ, ਤੇ ਜਦੋਂ ਇਹ ਮੇਰੇ ਭਗਤ ਨੂੰ ਦੁੱਖ ਦੇਵੇਗਾ ਉਦੋਂ ਫਿਰ ਇੱਕ ਬਹਾਨਾ ਬਣਾ ਕੇ ਮੈਂ ਇਹਦਾ ਖਾਤਮਾ ਕਰਾਂਗਾ। ਜਨਤਾ ਨੂੰ ਸ਼ਾਂਤੀ ਦਿੱਤੀ, ਸੁੱਖ ਦਿੱਤਾ। ਆਕਾਸ਼ਬਾਣੀ ਕਹਿੰਦੇ ਇਹ ਹੋਈ ਤੇ ਇਹਦੇ ਘਰ ਇੱਕ ਪੁੱਤਰ ਪੈਦਾ ਹੋਇਆ। ਉਦੋਂ ਵੀ ਲੜਾਈਆਂ ਚੱਲਦੀਆਂ ਸਨ ਦੇਵਤਿਆਂ ਤੇ ਦੈਂਤਾਂ ਦੀਆਂ। ਅਸਲ ਵਿੱਚ ਦੇਵਤੇ ਭਜਨ ਬੰਦਗੀ ਕਰਨ ਵਾਲੇ ਲੋਕ ਹੁੰਦੇ ਆ ਤੇ ਦੈਂਤ ਮਾੜੀ ਸੋਚ ਵਾਲੇ, ਜ਼ਬਰ ਜ਼ੁਲਮ ਕਰਨ ਵਾਲੇ, ਉਹਨਾਂ ਨੂੰ ਦੈਂਤ ਕਹਿੰਦੇ ਆ। ਉਹ ਦੈਂਤਾਂ ਦੇ ਸਿੰਘ ਨਹੀਂ ਹੁੰਦੇ ਕੋਈ। ਤਾਂ ਗੁਰੂ ਪਿਆਰਿਓ ਕਹਿੰਦੇ ਹਰਨਾਕਸ਼ ਜਿਹੜਾ ਸੀਗਾ ਰੱਬ ਤੋਂ ਬਦਲਾ ਲੈਣ ਵਾਸਤੇ ਭਗਤੀ ਕਰਨ ਲਈ ਚਲਿਆ ਗਿਆ। ਬ੍ਰਹਮਾ ਦੀ ਭਗਤੀ ਕੀਤੀ ਇਹਨੇ। ਕਹਿੰਦਾ ਵਿਸ਼ਨੂੰ ਨੇ ਮੇਰੇ ਭਰਾ ਨੂੰ ਮਾਰਿਆ, ਮੈਂ ਵਿਸ਼ਨੂੰ ਨੂੰ ਮਾਰੂੰਗਾ। ਔਰ ਉਧਰੋਂ ਭਗਤੀ ਕਰਨ ਗਿਆ ਤੇ ਇੱਧਰ ਹਮਲੇ ਕਰਤੇ ਇਹਦੇ ਰਾਜ ਦੇ ਉੱਤੇ। ਤੇ ਦੇਵਤਿਆਂ ਨੇ ਕਹਿੰਦੇ ਹਮਲੇ ਕੀਤੇ ਤੇ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਇੰਦਰ ਸੀਗਾ ਉਹ ਇਹਦੀ ਘਰਵਾਲੀ ਨੂੰ ਫੜ ਕੇ ਲੈ ਚੱਲਿਆ। ਅੱਗੋਂ ਇੱਕ ਬ੍ਰਹਮ ਗਿਆਨੀ ਟੱਕਰ ਗਿਆ। ਇਤਿਹਾਸ ਵਿੱਚ ਉਹ ਨਾਰਦ ਮੁਨੀ ਲਿਖਿਆ। ਉਹ ਬ੍ਰਹਮ ਗਿਆਨੀ ਕਹਿਣ ਲੱਗਿਆ ਵੀ ਕਿਉਂ ਖਿੱਚੀ ਜਾਂਦਾ ਇਸਤਰੀ ਨੂੰ। ਕਹਿੰਦਾ ਇਹ ਰਾਜੇ ਦੇ ਘਰ ਵਾਲੀ ਰਾਣੀ ਹੈ, ਇਹਦੇ ਪੇਟ ਵਿੱਚ ਬੱਚਾ ਹੈ, ਮੈਂ ਇਹਨਾਂ ਦਾ ਖਾਤਮਾ ਕਰਾਂਗਾ। ਤੇ ਗੁਰੂ ਪਿਆਰਿਓ ਉਸ ਨਾਰਦ ਮੁਨੀ ਨੇ ਭਾ ਬ੍ਰਹਮ ਗਿਆਨੀ ਨੇ ਉਹ ਛਡਵਾਈ। ਕਹਿੰਦੇ ਛੱਡ ਦੇ ਇਸ ਨੂੰ, ਇੱਦਾਂ ਨਹੀਂ ਖਾਤਮਾ ਹੋਇਆ ਕਰਦਾ ਕਿਸੇ ਚੀਜ਼ ਦਾ। ਤਾਂ ਗੁਰੂ ਪਿਆਰਿਓ ਕਹਿੰਦੇ ਉਹ ਬ੍ਰਹਮ ਗਿਆਨੀ ਉਸ ਇਸਤਰੀ ਨੂੰ, ਜੋ ਕਿ ਹਰਨਾਕਸ਼ ਦੀ ਘਰਵਾਲੀ ਸੀ, ਪ੍ਰਹਿਲਾਦ ਦੀ ਮਾਂ ਸੀ, ਉਹਦੇ ਪੇਟ ਵਿੱਚ ਬੱਚਾ ਸੀ, ਤੇ ਪ੍ਰਹਿਲਾਦ ਦੀ ਮਾਂ ਨੂੰ ਛਡਾ ਕਰਕੇ ਉਹ ਆਪਣੀ ਕੁਟੀਆ ਵਿੱਚ ਲੈ ਗਿਆ। ਉੱਥੇ ਉਸ ਨੂੰ ਪਾਲਣਾ ਪੋਸ਼ਣਾ ਕੀਤੀ ਉਹਨਾਂ ਦੀ। ਸਮਾਂ ਆਉਣ ਤੇ ਉਹਦੇ ਬੱਚਾ ਪੈਦਾ ਹੋਇਆ, ਬੱਚੇ ਦੀ ਸੰਭਾਲ ਕੀਤੀ। ਔਰ ਜਨਮ ਤੋਂ ਪਹਿਲਾਂ ਹੀ ਉਸ ਬੀਬੀ ਨੇ, ਹਰਨਾਕਸ਼ ਦੀ ਘਰਵਾਲੀ ਨੇ, ਪ੍ਰਹਿਲਾਦ ਦੀ ਮਾਂ ਨੇ ਸੰਗਤ ਕੀਤੀ ਸੀ। ਇਸ ਕਰਕੇ ਉਹ ਬੱਚਾ ਜਨਮ ਲੈਂਦਾ ਹੀ ਭਗਤ ਪੈਦਾ ਹੋਇਆ। ਤੇ ਜਦੋਂ ਹਰਨਾਕਸ਼ ਨੇ ਰਾਜਾ ਬਣਾਉਣ ਵਾਸਤੇ ਆਪਣੇ ਬੱਚੇ ਨੂੰ ਰਾਜਨੀਤੀ ਪੜ੍ਹਾਉਣੀ ਸ਼ੁਰੂ ਕੀਤੀ, ਸੰਡੇ ਮਰ ਕੇ ਮਾਸਟਰਾਂ ਕੋਲ ਭੇਜਦਾ ਕਿ ਇਹਨੂੰ ਰਾਜਨੀਤੀ ਪੜ੍ਹਾਓ, ਪਰ ਉਹ ਭਗਤ ਸੀਗਾ, ਨਾਮ ਜਪਦਾ ਸੀ, ਇਸ ਕਰਕੇ ਉਹ ਨਾਮ ਨੂੰ ਛੱਡ ਨਾ ਸਕਿਆ। ਇਹਨਾਂ ਨੇ ਰਾਜਨੀਤੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਅਖੀਰ ਪਤਾ ਲੱਗਿਆ ਦੋਨਾਂ ਪਿਓ ਪੁੱਤਾਂ ਦੀ ਲੜਾਈ ਰਹਿਣ ਲੱਗੀ। ਭਗਤ ਜੀ ਕਹਿੰਦੇ ਨਾਮ ਜਪਿਆ ਕਰੋ। ਉਹ ਕਹਿੰਦਾ ਕਿਹੜਾ ਵਿਸ਼ਨੂੰ, ਕੋਈ ਰੱਬ ਨਹੀਂ ਹੈਗਾ, ਉਹ ਮੇਰਾ ਦੁਸ਼ਮਣ ਹੈ, ਤੂੰ ਵੀ ਮੇਰਾ ਦੁਸ਼ਮਣ ਹੈ, ਉਹਦੀ ਗੱਲ ਕਰਦਾ ਹੈ। ਤੇ ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰਨ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਸਿਪਾਹੀ ਬੁਲਾ ਲਏ। ਇਤਿਹਾਸ ਵਿੱਚ ਲਿਖਿਆ, ਗੁਰਬਾਣੀ ਵਿੱਚ ਵੀ ਦਰਜ ਕੀਤਾ ਹੈ ਕਿ ਉਸ ਭਗਤ ਨੂੰ ਮਾਰਨ ਲਈ ਬਹੁਤ ਸਾਰੇ ਹੱਥ ਕੰਡੇ ਅਪਣਾਏ ਗਏ। ਕਦੇ ਪਹਾੜਾਂ ਤੋਂ ਜਾ ਕੇ ਸਿੱਟਦੇ ਆ, ਉੱਚੇ ਥਾਂ ਤੋਂ ਨੀਵਾਂ ਸਿੱਟਦੇ ਆ, ਕਦੇ ਦਰਿਆ ਵਿੱਚ ਸਿੱਟਦੇ ਆ। ਉਸ ਦੀ ਭੂਆ ਹੋਲਕਾ ਕਹਿੰਦੀ ਮੇਰੇ ਕੋਲੇ ਵਰ ਮਿਲਿਆ, ਮੈਂ ਅੱਗ 'ਚ ਮੱਚਦੀ ਨਹੀਂ, ਮੈਂ ਇਹਨੂੰ ਅੱਗ 'ਚ ਲੈ ਕੇ ਬਹਿ ਜਾਊਂਗੀ ਤੇ ਤੁਸੀਂ ਚਿਖਾ ਨੂੰ ਅੱਗ ਲਾ ਦਿਓ ਤੇ ਮੱਚ ਜੂਗਾ, ਮੈਂ ਬਚ ਜਾਊਂਗੀ। ਅਖੀਰ ਐਸਾ ਹੋਇਆ ਕਿ ਉਹ ਹੋਲਕਾਂ ਦੀਆਂ ਹੋਲਾਂ ਹੋ ਗਈਆਂ
पर भगत जी फिर बच गए। अखीर भगत दे उत्ते इतना जुल्म किया गया, जो जुल्म की इंतहा हो गई तो परमेश्वर ने प्रगट होकर नरसिंह का रूप धारण करके हरनाक्ष का खात्मा किया, प्रहलाद जी को बचाउणा किया। उस तो बाद प्रहलाद को प्यार करते हैं तो प्रहलाद को कहते हैं, भगता तू धर्म को कायम करने वास्ते अपना जीवन लाया, इस करके बोल तैनू की चाहिदा। कहता जी मैनू कुछ नहीं चाहिदा, चलो तुहाडी मौज है, तुसी इस नूं खत्म किया, हुण मेरे पिता का उधार तां कर दिओ। तां परमेश्वर का की जवाब सी उस वेले, कहंदे तेरे पिता का कल्ले दा मैं तेरियां 21 कुलों का उधार करांगा। जिस कुल दे विच एक बच्चा भी नाम जपण वाला पैदा हो जावे, उन्हां कुलों का उधार हो जाता। कोई सतनाम सी। और फिर भगत प्रहलाद जी को इस मातलोक का राजा भी बनाया गया, हरनाक्ष के थां ते तिलक दिता गया, हरनाक्ष के ही खून के नाल उसनों। खैर पातशाह कहंदे ओहो आए से परवान है, सब कुल का करे उधार। सब नदरी कर्म कमामदे, नदरी बाहर ना कोए। ते गल सुन लो, सारे परमेश्वर की निगाह च है। अज जिवें कई थावां लिखिया हुंदा है ना, तुसी सीसी कैमरे की निगाह चों, वो तो डरते हैं लोग, कैमरे तो डरते हैं भी यार कैमरा सानू देख रहा है। रब तो नहीं डरते, जिहड़ा पहला तो ही देख रहा है, हर वेले देख रहा है। सब नदरी कर्म कमांदे, असी जिन्ने भी काम करते हैं उहदी नज़र च है। नदरी बाहर ना कोई, उहदी निगाह तो कोई बाहर नहीं हैगा। ते फिर जिहो जी असी कर्म करते हैं वह वेखदा ते वेख के फल दे दिंदा। जैसी नदर कर देखै सच्चा, तैसा ही को होए। जिहो जी उसकी निगाह हुंदी आ, भाव जिहो जी वो किरपा करदा है बंदे नूं उहे जिहा बना सकदा है। बंदे दे कर्मां दे फल भी देने पैंदे आ, उसनूं देंदा। जैसी नदर कर देखा सच्चा, तैसा ही को होए। नानक नाम वडियाइयां करम प्राप्त होए। अखीर ते पातशाह कहने जिहड़ियां वडियाइयां मिलदियां वो वड्डे भागां तो बगैर नहीं मिलदियां। बड़भागी सतसंगत पावै, भागहीन भरम चोटां खावै। बिन भागा सतसंग न लभै, बिन संगत मैल भलीजै जीओ। जिहड़ियां वडियाइयां हन वो वड्डे भागां नाल मिलदियां ते जिन्हां दे वड्डे भाग हन वो चंगे काम करदे है। जिहड़े चंगे काम करदे आ उन्हां दे कंमां नूं परमेश्वर देखदा है, ते जिन्हां दे कंमां नूं परमेश्वर देखदा है उन्हां नूं उहे जिहा फल भी दिंदा है। जैसी नदर कर देखा सच्चा, तैसा ही को होए। नानक नाम वडियाइयां करम प्राप्त होए। जिहो जी असी कर्म करते हैं, असल विच कर्म जिहड़ा है ये साडा सच्चा मित्र है। चंगे कर्म करांगे तो वह भी फल देऊगा, माड़ा कर्म करांगे वह भी फल देऊगा। तीन मित्र बंदे मन्ने आ मनुख दे। गुरु प्यारिओ, जिस तरह माया भी एक मित्र है। ये संपत्ति गड्डियां मोटरां कारां जमीनां जायदादां कोठियां हवेलियां ये सारी मनुख दी मित्र है। पर किन्ना चिर, जिन्ना चिर ये जिउंदा है, जदों ये मर गया किसी होर दी हो जाती है। इस तरह रिश्तेदार साग संबंधी भी ये मित्र है दूसरा नंबर ते। पर वो किन्ना चिर ये है, जिन्ना चिर संस्कार नहीं हो जाता उन्ना चिर। संस्कार होया ते डके तोड़ के जे बेसणदी आ लोग काहदे वास्ते भी ना तू साडा ने असी तेरे अपनी टुट्टी। कहो सतनाम। अज तो बाद सानू याद ना करी, असी तैनू याद नहीं करना। जब कोई मर जाता है तो समा होवे ते दिन छिपण तो पहला पहला लोग संस्कार कर देंगे आ, किते इत्थे ना रह जे भूत बन के, जिन्हों सारी उम्र बड़ा प्यार करते सी। ते तीजा मित्र है कर्म। मनुख का जिहड़ा मित्र है ये संस्कार तक जाता है, शमशान घाट तक जाता है। पर कर्म ये नाल धर्मराज तक जाता है। तो धर्मराज कोल जद जाता है उत्थे कर्म फिर खड़दा है। चंगा कर्म करे तो इसनों छुड़ा के सचखंड तोड़ दिंदा है, जे माड़ा कर्म करे तो उसकी सज़ा इसनों दबाउंदा है। इस करके सब नदरी कर्म कमामदे, नदरी बाहर न कोए। जैसी नदर कर देखा सच्चा, तैसा ही को होए। नानक नाम वडियाइयां कर्म प्राप्त होए। चंगे कर्म करिए, कर्मी आपो अपनी के नेड़े के दूर।
ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾਲ। ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ 'ਚ ਕਹਿੰਦੇ, ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹਦੂ ਉੱਤੇ ਕੋਈ ਧਰਮ ਨਹੀਂ ਹੈ। ਜਿਸ ਧਰਮ ਦੇ ਵਿੱਚ ਇਹ ਚੀਜ਼ ਹੈ ਉਹੀ ਧਰਮ ਚੰਗਾ ਹੈ। ਕਹੋ ਸਤਨਾਮ ਸੀ। ਧਰਮ ਤਾਂ ਬਹੁਤ ਦੁਨੀਆ ਵਿੱਚ ਅੱਜ ਬਣ ਗਏ। ਪਹਿਲਾਂ ਦੋ ਹੁੰਦੇ ਸੀ, ਹਿੰਦੂ ਤੇ ਮੁਸਲਮਾਨ। ਉਸ ਤੋਂ ਪਹਿਲਾਂ ਕੋਈ ਧਰਮ ਨਹੀਂ ਸੀ ਹੁੰਦਾ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਵੋ ਵਾਲੀ ਕਲਾ ਵਰਤੀ ਸੀ। ਪਰ ਅੱਗੇ ਜਾ ਕੇ ਦੋ ਹੋ ਗਏ, ਮੁਸਲਮਾਨ ਤੇ ਹਿੰਦੂ ਅਲੱਗ-ਅਲੱਗ ਹੋ ਗਏ ਦੋ ਭਰਾ। ਉਹਨਾਂ 'ਚੋਂ ਅੱਗੇ ਜਾ ਕੇ ਫਿਰ ਈਸਾਈ ਬਣ ਗਏ। ਇਸੇ ਤਰ੍ਹਾਂ ਹੀ ਇਹਨਾਂ ਹਿੰਦੂਆਂ ਦੇ ਵਿੱਚੋਂ ਗਾ ਜੋਗੀਆਂ ਦੇ ਪੰਥ ਚੱਲ ਪਏ। ਗੋਰਖਨਾਥ ਵਰਗਿਆਂ ਦੇ 12 ਪੰਥ ਉਹਨਾਂ ਦੇ ਬਣ ਗਏ। ਮੁਸਲਮਾਨਾਂ ਦੇ ਵਿੱਚ 72 ਫਿਰਕੇ ਬਣ ਗਏ। ਉਹਨਾਂ ਦੇ ਵਿੱਚ ਵੀ ਅੱਗੇ ਜਾ ਕੇ 2 ਪੰਥ ਹੋ ਗਏ। ਗੁਰੂ ਪਿਆਰਿਓ, ਇਸ ਤਰ੍ਹਾਂ ਗਾਹਾਂ ਦੀ ਗਾਹਾਂ ਦੁਨੀਆ ਪਾੜਦੀ ਜਾ ਰਹੀ ਹੈ। ਤੇ ਗੁਰੂ ਨਾਨਕ ਨੇ ਕਿਰਪਾ ਕੀਤੀ, ਸਾਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਫਿਰ ਉਹ ਸੁਨੇਹਾ ਦਿੱਤਾ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਵੋ, ਕਰਤਾ ਕਰੀਮ ਸੋਈ ਰਾਜ ਕਰ ਰਹੀਮ ਉਹੀ, ਦੂਸਰੋ ਨਾ ਭੇਦ ਕੋਈ, ਭੂਲ ਭਰਮ ਮਾਣਵੋ। ਐਵੇਂ ਨਾ ਚੱਕਰਾਂ ਵਿੱਚ ਪਾਓ। ਇਹ ਸਾਰੇ ਮਨੁੱਖ ਇੱਕੋ ਪਰਮੇਸ਼ਰ ਦੇ ਸਾਜੇ ਹੋਏ ਆ। ਇਸ ਕਰਕੇ ਕਰਮਾਂ ਦਾ ਫਲ ਮਿਲਦਾ ਹੈ। ਚੰਗੇ ਕਰਮ ਕਰੀਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਰਾਗ ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ ਮਨ ਮੁਖ ਬੂਝ ਨ ਪਾਏ। ਆਓ ਗੁਰੂ ਵਾਲੇ ਬਣ ਕੇ ਪਰਮੇਸ਼ਰ ਦਾ ਸਿਮਰਨ ਕਰੀਏ। ਗੁਰਮੁਖ ਬਣ ਕੇ ਨਾਮ ਜਪੀਏ। ਮਨਮੁਖ ਕਰਕੇ ਸਾਨੂੰ ਸਮਝ ਨਹੀਂ ਆਉਣੀ ਤਾਂ ਤੇ ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ। ਗੁਰੂ ਕਿਰਪਾ ਕਰਨ। ਮਨੁੱਖਾ ਜੀਵਨ ਜਿਹੜਾ ਇਸ ਲੇਖੇ ਲਾਈਏ, ਜਿਸ ਕੰਮ ਲਈ ਮਿਲਿਆ ਉਹ ਕੰਮ ਕਰੀਏ। ਬਹੁਤ ਬਹੁਤ ਧੰਨਵਾਦ। ਵਿਚਾਰਾਂ ਇੱਥੇ ਹੀ ਰੋਕਦੇ ਹਾਂ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।